औरत प्रति कब्जे की भावना ਮੰਨੀ ਜਾਂਦੀ ਹੈ ਕਿ ਔਰਤ ਮਰਦ ਦੇ ਗੁਲਾਮ ਆ ਤੇ ਉਹ ਔਰਤ ਮਰਦ ਦੇ ਕਬਜ਼ੇ ਅਧੀਨ ਆ ਤੇ ਜਿਹੜੀ ਚੀਜ਼ ਕਬਜ਼ੇ ਅਧੀਨ ਹੁੰਦੀ ਹੈ ਉਹਨੂੰ ਹਥਿਆਉਣ ਦੀ ਗੱਲ, ਉਹਦੇ ਉੱਪਰ ਇਸ ਤਰ੍ਹਾਂ ਬਲੇਮ ਲਾਉਣ ਦੀ ਗੱਲ। ਕੌਣ ਆ, ਕਿੱਥੋਂ ਆਉਂਦੀਆਂ ਉਹ ਗਾਲਾਂ, ਕਿਹੋ ਜਿਹੇ ਲੋਕ ਆ, ਕਿਹੋ ਜਿਹੀਆਂ ਪ੍ਰੋਫਾਈਲਾਂ? ਇਹ ਸੋ ਕਾਰਡ ਅਖੌਤੀ ਬਣੇ ਫਿਰਦੇ ਨੇ, ਕੋਈ ਸਿੱਖ ਬਣੇ ਫਿਰਦੇ ਨੇ ਜਾਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਨੇ, ਹੈ ਨਾ ਵੀ ਇਸ ਤਰ੍ਹਾਂ ਦੇ ਵੀ। ਇਸ ਤੋਂ ਬਿਨਾਂ ਦੂਸਰੇ RSS ਵਾਲੇ ਵੀ ਜਿਹੜੇ ਹੈਗੇ ਨੇ। ਹੁਣ ਵੀ ਅਸੀਂ ਦੇਖਦੇ ਆ ਜੇ ਕੋਈ ਲੜਕੀ ਕੋਈ ਵਧੀਆ ਗੱਲ ਆਪ ਕਰਦੀ ਹੈਗੀ ਹੈ, ਸਮੇਂ ਦੇ ਸੱਚ ਨੂੰ ਸਾਹਮਣੇ ਲੈ ਕੇ ਆਉਂਦੀ ਆ ਤਾਂ ਉਸ ਨੂੰ ਵੀ ਉਹਨੂੰ ਵੀਡੀਓ ਬਣਾ ਕੇ ਉਸ ਦੇ ਕਰੈਕਟਰ ਦੇ ਉੱਪਰ ਉਹਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਹੈਗੀਆਂ ਨੇ। ਜਿਵੇਂ ਆਪਾਂ ਹੁਣ ਗਾਲਾਂ ਤੇ ਗੱਲ ਕਰ ਰਹੇ ਹਾਂ ਹੈ ਨਾ, ਤੇ ਹੋ ਸਕਦਾ ਤੁਹਾਨੂੰ ਵੀ ਗਾਲਾਂ ਆਉਣ, ਫੇਰ ਪਹਿਲਾਂ ਵੀ ਇੱਕ ਵਾਰੀ ਆਉਂਦੀਆਂ ਰਹੀਆਂ, ਮੈਂ ਤੁਹਾਨੂੰ ਦੇਖਿਆ ਸੀ। ਜਿਹੜਾ ਗਾਲਾਂ ਕੱਢਦਾ ਉਹ ਦੂਸਰੇ ਨਾਲ ਦੇ ਜਿਹਨੂੰ ਗਾਲਾਂ ਕੱਢ ਰਿਹਾ ਹੈਗਾ, ਜਿਹਨੂੰ ਧੀਆਂ ਭੈਣਾਂ ਦੀਆਂ ਪੁਣੀਆਂ ਜਾ ਰਹੀਆਂ ਹੈਗੀਆਂ ਨੇ, ਉਸ ਦੇ ਮਨੋਬਲ ਨੂੰ ਤੋੜਨਾ ਚਾਹੁੰਦਾ ਆ। ਇਹ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਕਿ ਉਹ ਮੈਨੂੰ ਗਾਲਾਂ ਕੱਢਦੀਆਂ ਤੇ ਮੈਂ ਇਸ ਗੱਲ ਨੂੰ ਚੁੱਪ ਕਰ ਜਾਵਾਂਗੀ। ਪਰ ਇੱਕ ਸਵਾਲ ਤਾਂ ਹੈਗਾ ਨਾ ਕਿ ਔਰਤ ਨੂੰ ਕਿਉਂ ਗਾਲਾਂ ਕੱਢੀਆਂ ਜਾਂਦੀਆਂ ਨੇ? ਔਰਤ ਚਾਹੇ ਦੁਸ਼ਮਣ ਦੀ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਔਰਤ ਨੂੰ ਕਿਉਂ ਇਹ ਯੁੱਧ ਦਾ ਅਖਾੜਾ ਬਣਾਇਆ ਜਾਂਦਾ? ਜੇ ਤੁਸੀਂ ਲੜਾਈ ਲੜਨੀ ਹੈ ਤਾਂ ਓਪਨਲੀ ਸਿੱਧਾ ਮੈਦਾਨ ਦੇ ਵਿੱਚ। ਰਾਜਨੀਤਿਕ ਲੋਕਾਂ ਤੋਂ ਹਟ ਕੇ ਜਿਹੜੇ ਧਾਰਮਿਕ ਲੋਕ ਆ ਉਹ ਇਸ ਤਰੀਕੇ ਨਾਲ ਗਾਲਾਂ ਕੱਢਦੇ ਆ, ਵਿਰੋਧੀ ਵਿਚਾਰਾਂ ਨੂੰ ਦਬਾਉਂਦੇ, ਕਿੱਥੋਂ ਸੋਚ ਆਉਂਦੀ ਹੈ? ਇਹ ਲੋਕ ਆਪਣੇ ਆਪ ਨੂੰ ਸੋ ਕਾਲਡ ਸਿੱਖ ਫਲਸਫੇ ਨਾਲ ਜੁੜੇ ਹੋਏ ਦਰਸਾਉਂਦੇ ਨੇ। ਮੈਂ ਇਹੀ ਕਹਾਂਗੀ ਕਿਉਂਕਿ ਉਹ ਸਿੱਖ ਫਲਸਫੇ ਨਾਲ ਬਿਲਕੁਲ ਵੀ ਜੁੜੇ ਹੋਏ ਨਹੀਂ ਹੈਗੇ। ਉਹਨਾਂ ਦਾ ਮੁੱਖ ਮਕਸਦ ਇਹ ਹੈਗਾ ਵੀ ਰਾਜਨੀਤੀ ਤੌਰ ਤੇ ਆਪਣੀਆਂ ਰੋਟੀਆਂ ਸਿੱਖਣਾ। ਆਪਣੇ ਆਪ ਨੂੰ ਗੁਰੂ ਨਾਨਕ ਦੇ ਵਾਲੀ ਵਾਰਸ ਦੱਸਦੇ ਹੋਏ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅਸਲ ਦੇ ਵਿੱਚ ਉਹ ਇਸ ਫਲਸਫੇ ਤੋਂ ਟੁੱਟੇ ਹੋਏ ਨੇ, ਗੁਰੂ ਨਾਨਕ ਦੀ ਬਾਣੀ ਦਾ ਤੱਤ ਤੋੜ ਰਹੇ ਨੇ। ਔਰਤਾਂ ਕੁਛ ਹੈ ਨਾ ਇੱਦਾਂ ਦੀਆਂ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਖੁੱਲ੍ਹ ਹੁੰਦੀ ਹੈ ਜਾਂ ਕੁਛ ਚਾਹੁੰਦੀਆਂ ਖੁੱਲ੍ਹ ਲੈਣਾ ਹੈ ਨਾ, ਤਾਂ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਮੁੰਡਿਆਂ ਨੂੰ ਖੁੱਲ੍ਹ ਆ ਤਾਂ ਅਸੀਂ ਵੀ ਇਸੇ ਤਰੀਕੇ ਨਾਲ ਹੀ ਬਾਹਰ ਆਈਏ, ਹੈ ਨਾ। ਜਿਵੇਂ ਕੁਛ ਇੱਕ ਟਰੈਂਡ ਬਣਿਆ ਹੋਇਆ ਸ਼ਰਾਬ ਪੀਣ ਦਾ, ਸਿਗਰਟ ਪੀਣ ਦਾ, ਹੈ ਨਾ, ਤਾਂ ਇਸ ਨੂੰ ਕੁਛ ਨਾਰੀਵਾਦੀ ਜਿਹੜੀ ਹੈਗੀਆਂ ਔਰਤਾਂ ਉਹ ਇਸ ਨਾਲ ਜੋੜਦੇ ਕਿ ਸਾਡੀ ਆਜ਼ਾਦੀ ਇਹੀ ਆ। ਕੀ ਇਸ ਨੂੰ ਆਪਾਂ ਮੰਨ ਸਕਦੇ ਹਾਂ ਵੀ ਹਾਂ ਇਹ ਆਜ਼ਾਦੀ ਅਸਲ ਆ? ਕਿ ਔਰਤ ਇਹ ਦੇਖਦੀ ਹੈ ਕਿ ਮੈਂ ਸ਼ਰਾਬ ਪੀਵਾਂ, ਮੈਂ ਖੁੱਲ੍ਹ ਮਾਨਾ, ਇੱਥੋਂ ਤੱਕ ਕਿ ਜਿਹੜੇ ਸਰੀਰਕ ਸੰਬੰਧ ਨੇ ਓਪਨ ਤੌਰ 'ਤੇ ਇੱਕ ਦੂਸਰੇ ਨਾਲ ਅਲੱਗ ਰਹਾਂ, ਜਿਹਨੂੰ ਆਪਾਂ ਲਿਵਿੰਗ ਰਿਲੇਸ਼ਨਸ ਦੀ ਵੀ ਗੱਲ ਕਰਦੇ ਆ। ਔਰਤ ਨੂੰ ਜਦੋਂ ਇੱਕ ਮਨੁੱਖ ਦੇ ਤੌਰ 'ਤੇ ਸਮਝਿਆ ਜਾਵੇਗਾ ਨਾ, ਨਹੀਂ ਤਾਂ ਆਪਾਂ ਉਹਨੂੰ ਮਾਂ, ਭੈਣ, ਪਤਨੀ ਇਸ ਤਰ੍ਹਾਂ ਤਾਂ ਸਮਝ ਲੈਂਦੇ ਹਾਂ, ਪਰ ਉਹਨੂੰ ਇੱਕ ਮਨੁੱਖ ਨਹੀਂ ਸਮਝਿਆ ਜਾਂਦਾ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਅੱਜ ਕੱਲ੍ਹ ਗਾਲਾਂ ਦਾ ਮੁੱਦਾ ਬੜਾ ਉੱਭਰ ਕੇ ਸਾਹਮਣੇ ਆਇਆ ਹੋਇਆ। ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਖਾਸ ਕਰਕੇ ਇਹ ਮੁੱਦਾ ਉਛਲਿਆ ਹੋਇਆ। ਜਦੋਂ ਕੋਈ ਵੱਖਰੇ ਵਿਚਾਰ ਰੱਖਦਾ ਜਾਂ ਕੋਈ ਕਿਸੇ ਦੇ ਵਿਰੋਧੀ ਗੱਲ ਕਰਦਾ ਜਾਂ ਕੋਈ ਸੰਵਾਦ ਰਚਾਉਂਦਾ ਤਾਂ ਉਹਨੂੰ ਅਕਸਰ ਗਾਲਾਂ ਕੱਢੀਆਂ ਜਾਂਦੀਆਂ, ਅਤੇ ਗਾਲਾਂ ਵੀ ਬਹੁਤ ਜ਼ਿਆਦਾ ਹੇਠਲੇ ਲੈਵਲ ਤੱਕ ਗਿਰ ਕੇ ਕੱਢੀਆਂ ਜਾਂਦੀਆਂ। ਸੋ ਇਹ ਵਰਤਾਰਾ ਸਾਰਾ ਕੀ ਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਅਤੇ ਨਾਲ ਔਰਤ ਦਿਵਸ ਵੀ ਆ ਗਿਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਮੈਡਮ ਅਰਵਿੰਦਰ ਕੌਰ ਕਾਕੜਾ ਜੀ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨਦੀਪ ਜੀ, ਬਹੁਤ ਬਹੁਤ। ਅੱਛਾ, ਜਿਵੇਂ ਮੈਂ ਪਹਿਲਾਂ ਸ਼ੁਰੂਆਤ 'ਚ ਗੱਲ ਕੀਤੀ ਹੈ ਜੀ, ਔਰਤ ਦਿਵਸ ਵੀ ਆ ਗਿਆ, ਅਤੇ ਦੂਜੇ ਪਾਸੇ ਆਪਾਂ ਜਦੋਂ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਦੇਖਦੇ ਆ ਤਾਂ ਜੇ ਕੋਈ ਵਿਰੋਧੀ ਵਿਚਾਰ ਰੱਖਦਾ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ। ਖਾਸ ਕਰਕੇ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਦੀਆਂ ਫੋਟੋ, ਉਹਨਾਂ ਦੀਆਂ ਵੀਡੀਓਜ਼ ਇੱਦਾਂ ਐਡਿਟ ਕਰਕੇ ਪਾਈਆਂ ਜਾਂਦੀਆਂ ਕਿ ਉਹਨਾਂ ਦੇ ਕਰੈਕਟਰ 'ਤੇ ਸਵਾਲ ਉਠਾਏ ਜਾਂਦੇ ਆ। ਤਾਂ ਤੁਸੀਂ ਅੱਜ ਇਹਨੂੰ ਕਿੱਥੇ ਖੜਾ ਦੇਖਦੇ ਹੋ ਔਰਤਾਂ ਨੂੰ ਇਹ ਸਾਰੇ ਕਾਸੇ ਦੇ ਵਿੱਚ? ਦੇਖੋ ਮਨਦੀਪ, ਜਿਹੜੀ ਔਰਤ ਦਾ ਸਵਾਲ ਜਦੋਂ ਆਪਾਂ ਲੈਂਦੇ ਹਾਂ ਤਾਂ ਸਾਡੇ ਸਮਾਜ ਦੇ ਵਿੱਚ ਉਸ ਨੂੰ ਦੂਜੇ ਨੰਬਰ ਵਾਲਾ ਨਾਗਰਿਕ ਗਿਣਿਆ ਜਾਂਦਾ ਹੈਗਾ ਆ। ਅਤੇ ਔਰਤ ਦੇ ਸ਼ੋਸ਼ਣ ਦੇ ਬਹੁਤ ਸਾਰੇ ਰੂਪ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਸੋਸ਼ਲ ਮੀਡੀਆ 'ਤੇ, ਇਹ ਵੀ ਉਸ ਦਾ ਇੱਕ ਰੂਪ ਹੈਗਾ ਆ। ਇਸ ਕਹਿਣ ਦਾ ਭਾਵ ਇਹ ਹੈ ਕਿ ਔਰਤ ਦੇ ਬਾਰੇ ਵਿੱਚ ਅਪਸ਼ਬਦ ਬੋਲਣਾ, ਔਰਤ ਨੂੰ ਗਾਲਾਂ ਕੱਢਣੀਆਂ, ਖਾਸ ਤੌਰ 'ਤੇ ਜਦੋਂ ਲੜਾਈ ਆਪਸ ਵਿੱਚ ਮਰਦਾਂ ਦੀ ਹੁੰਦੀ ਹੈ, ਇਹ ਜਿਹੜੀ ਕੰਡੀਸ਼ਨ ਹੈ ਹੁੰਦੀ ਨਹੀਂ ਹੈ, ਬਹੁਤ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ਜਦੋਂ ਵੀ ਕਿਤੇ ਕੋਈ ਲੜਾਈ ਝਗੜਾ ਹੁੰਦਾ, ਚਾਹੇ ਮਰਦਾਂ ਦਾ ਆਪਸ ਦੇ ਵਿੱਚ, ਚਾਹੇ ਕੋਈ ਲੜਾਈ ਲੱਗੀ ਹੁੰਦੀ, ਚਾਹੇ ਕੋਈ ਜੰਗ ਲੱਗੀ ਹੁੰਦੀ, ਚਾਹੇ ਕਿਤੇ ਦੰਗਾ ਫਸਾਦ ਹੁੰਦਾ, ਤੇ ਉੱਥੇ ਔਰਤਾਂ ਨੂੰ ਹੀ ਵਿੱਚ ਕੇਂਦਰ ਬਿੰਦੂ ਜਾਂ ਅਖਾੜਾ ਬਣਾਇਆ ਜਾਂਦਾ। ਔਰਤਾਂ ਨੂੰ ਲੈ ਕੇ ਬਹੁਤ ਸਾਰੀਆਂ ਗਾਲਾਂ ਕੱਢੀਆਂ ਜਾਂਦੀਆਂ। ਇਹਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਦਾ ਕਿ ਜਿਹੜੀ ਸਾਡੀ ਮਨੁੱਖ ਦੀ
ਔਰਤ ਪ੍ਰਤੀ ਮਾਨਸਿਕਤਾ ਬਣੀ ਹੋਈ ਹੈ ਉਹ ਔਰਤ ਵਿਰੋਧੀ ਆ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ, ਜਿਸ ਤਰ੍ਹਾਂ ਦਾ ਸਾਡਾ ਸਟਰਕਚਰ ਹੈ, ਉਸ ਦੇ ਵਿੱਚ ਇਹ ਇੱਕ ਗੱਲ ਜਿਹੜੀ ਔਰਤ ਪ੍ਰਤੀ ਕਬਜ਼ੇ ਦੀ ਭਾਵਨਾ ਮੰਨੀ ਜਾਂਦੀ ਹੈ ਕਿ ਔਰਤ ਮਰਦ ਦੇ ਗੁਲਾਮ ਆ ਅਤੇ ਉਹ ਔਰਤ ਮਰਦ ਦੇ ਕਬਜ਼ੇ ਅਧੀਨ ਆ। ਅਤੇ ਜਿਹੜੀ ਚੀਜ਼ ਕਬਜ਼ੇ ਅਧੀਨ ਹੁੰਦੀ ਹੈ ਉਹਨੂੰ ਹਥਿਆਉਣ ਦੀ ਗੱਲ, ਉਹਦੇ ਉੱਪਰ ਇਸ ਤਰ੍ਹਾਂ ਬਲੇਮ ਲਾਉਣ ਦੀ ਗੱਲ, ਕਿਉਂਕਿ ਜਦੋਂ ਅਸੀਂ ਔਰਤ ਦੇ ਬਾਰੇ ਵਿੱਚ ਕਿਸੇ ਮਰਦ ਨੂੰ ਗਾਲਾਂ ਕੱਢਾਂਗੇ ਔਰਤ ਨੂੰ ਆਧਾਰ ਬਣਾ ਕੇ, ਅਤੇ ਔਰਤ ਨੂੰ ਕਿਤੇ ਨਾ ਕਿਤੇ ਇੱਜ਼ਤ ਵੀ ਮੰਨਿਆ ਜਾਂਦਾ ਹੈਗਾ ਘਰ ਦੇ, ਕਿਉਂਕਿ ਜਦੋਂ ਅਸੀਂ ਪਿਛਾਕੜੀ ਸੋਚ ਦੀ ਗੱਲ ਕਰਦੇ ਹਾਂ, ਜਗੀਰੂ ਮੁੱਲਾ ਦੀ ਗੱਲ ਕਰਦੇ ਹਾਂ, ਤਾਂ ਔਰਤ ਜਿਹੜੀ ਹੈਗੀ ਆ ਉਹ ਘਰ ਦੀ ਇੱਜ਼ਤ ਵੀ ਮੰਨੀ ਜਾਂਦੀ ਹੈ। ਇਸ ਤਰ੍ਹਾਂ ਕਰਕੇ ਜਿਹੜਾ ਗਾਲਾਂ ਕੱਢਦਾ ਉਹ ਦੂਸਰੇ ਨਾਲ ਦੇ ਜਿਹਨੂੰ ਗਾਲਾਂ ਕੱਢ ਰਿਹਾ ਹੈਗਾ, ਜਿਹਨੂੰ ਧੀਆਂ ਭੈਣਾਂ ਦੀਆਂ ਪੁਣੀਆਂ ਜਾ ਰਹੀਆਂ ਹੈਗੀਆਂ ਨੇ, ਉਸ ਦੇ ਮਨੋਬਲ ਨੂੰ ਤੋੜਨਾ ਚਾਹੁੰਦਾ ਆ। ਇਹ ਗੱਲ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਅੱਜ ਨਹੀਂ ਬਹੁਤ ਪਹਿਲਾਂ ਤੋਂ ਹੀ ਆ ਰਹੀ ਹੈ। ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਉਸ ਸਮੇਂ ਤੋਂ ਵੀ ਲੈ ਕੇ ਆਪਾਂ ਦੇਖਦੇ ਸੀ ਕਿ ਜਿਹੜੇ ਆਗੂ ਨੇ, ਜਿਹੜੇ ਇੱਕ ਚੰਗਾ ਕੰਮ ਕਰ ਰਹੇ ਨੇ ਔਰ ਸੱਚਾਈ ਸਾਹਮਣੇ ਲਿਆ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਜਾਂ ਉਹਨਾਂ ਦੀਆਂ ਧੀਆਂ ਨੇ, ਭੈਣਾਂ ਨੇ, ਮਾਵਾਂ ਨੇ, ਉਹਨਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਸਨ। ਇਹ ਵਰਤਾਰਾ ਹੁਣ ਐਮ ਹੋਰ ਵੀ ਹੋ ਗਿਆ। ਹੁਣ ਵੀ ਅਸੀਂ ਦੇਖਦੇ ਹਾਂ ਜੇ ਕੋਈ ਲੜਕੀ ਕੋਈ ਵਧੀਆ ਗੱਲ ਆਪ ਕਰਦੀ ਹੈਗੀ ਹੈ, ਸਮੇਂ ਦੇ ਸੱਚ ਨੂੰ ਸਾਹਮਣੇ ਲੈ ਕੇ ਆਉਂਦੀ ਆ, ਤਾਂ ਉਸ ਨੂੰ ਵੀ ਉਹਨੂੰ ਵੀਡੀਓ ਬਣਾ ਕੇ ਉਸ ਦੇ ਕਰੈਕਟਰ ਦੇ ਉੱਪਰ ਉਹਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਹੈਗੀਆਂ ਨੇ। ਜੇ ਕੋਈ ਮਰਦ ਜਾਂ ਕੋਈ ਜਥੇਬੰਦੀ ਕੋਈ ਇਸ ਤਰ੍ਹਾਂ ਦਾ ਕੰਮ ਕਰਦੀ ਹੈ, ਜਿਹੜਾ ਆਗੂ ਇਹ ਗੱਲ ਕਰ ਰਿਹਾ ਆ, ਤਾਂ ਉਹਨੂੰ ਟਾਰਗੇਟ ਬਣਾਉਣ ਦੇ ਲਈ ਬਜਾਏ ਕਿ ਉਸ ਗੱਲ ਨੂੰ ਇੱਕ ਦਲੀਲ ਦੇ ਨਾਲ ਕੱਟੀਏ, ਅਸੀਂ ਆਪਣੇ ਵਿਊਜ਼, ਕਿਉਂਕਿ ਸਾਨੂੰ ਸੰਵਾਦ ਰਚਾਉਣ ਦਾ ਅਧਿਕਾਰ ਹੈਗਾ ਆ, ਪਰ ਉਸ ਨੂੰ ਇੱਕ ਪਾਸੇ ਛੱਡ ਕੇ ਤਾਂ ਕਿ ਉਸ ਦਾ ਧਿਆਨ ਉੱਧਰੋਂ ਖਿੱਚਿਆ ਜਾ, ਦੂਸਰੇ ਪਾਸੇ ਚਲਿਆ ਜਾਵੇ, ਉਹਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਜਿਵੇਂ ਆਪਾਂ ਹੁਣ ਗਾਲਾਂ ਤੇ ਗੱਲ ਕਰ ਰਹੇ ਹਾਂ ਹੈ ਨਾ, ਤੇ ਹੋ ਸਕਦਾ ਤੁਹਾਨੂੰ ਵੀ ਗਾਲਾਂ ਆਉਣ, ਫੇਰ ਪਹਿਲਾਂ ਵੀ ਇੱਕ ਵਾਰੀ ਆਉਂਦੀਆਂ ਰਹੀਆਂ, ਮੈਂ ਤੁਹਾਨੂੰ ਦੇਖਿਆ ਸੀਗਾ, ਤਾਂ ਡਰ ਤਾਂ ਨਹੀਂ ਲੱਗਦਾ ਆਪਾਂ ਗੱਲ ਖੁੱਲ੍ਹ ਕੇ ਜੇ ਕਰੀਏ? ਨਹੀਂ ਨਹੀਂ, ਬਿਲਕੁਲ ਨਹੀਂ। ਇਸ ਮਾਮਲੇ ਜਦੋਂ ਆਪਾਂ ਸੱਚ ਬੋਲਣਾ ਹੀ ਹੈ, ਸੱਚ ਜਦੋਂ ਕੋਈ ਸੱਚਾਈ ਦੇ ਰਸਤੇ 'ਤੇ ਚੱਲਦਾ ਆ ਤਾਂ ਇਸ ਗੱਲ ਨੂੰ ਅਸੀਂ ਮੰਨ ਸਕਦੇ, ਪਰ ਸਾਨੂੰ ਉਹਨਾਂ ਦੀ ਬਿਮਾਰ ਮਾਨਸਿਕਤਾ ਦਾ ਪਤਾ ਜ਼ਰੂਰ ਲੱਗ ਜਾਂਦਾ ਜਿਹੜੇ ਬੇਵਜ੍ਹਾ ਗਾਲਾਂ ਕੱਢਦੇ ਨੇ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਜਦੋਂ ਕੋਈ ਵਿਚਾਰ ਰੱਖਦਾ ਉਹਨੂੰ ਗਾਲਾਂ ਕੱਢੀਆਂ ਜਾਂਦਾ, ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਤੁਹਾਨੂੰ ਵੀ ਗਾਲਾਂ ਕੱਢੀਆਂ ਗਈਆਂ ਸੀਗੀਆਂ, ਤਾਂ ਤੁਸੀਂ ਕੀ ਉਹ ਪ੍ਰੋਫਾਈਲਾਂ ਚੈੱਕ ਕੀਤੀਆਂ, ਉਹ ਕੌਣ ਆ, ਕਿੱਥੋਂ ਆਉਂਦੀਆਂ ਉਹ ਗਾਲਾਂ, ਕਿਹੋ ਜਿਹੇ ਲੋਕ ਆ, ਕਿਹੋ ਜਿਹੀਆਂ ਪ੍ਰੋਫਾਈਲਾਂ? ਦੇਖੋ ਜੀ, ਇਹਦੇ ਵਿੱਚ ਆਪਾਂ ਦੇਖਦੇ ਹੀ ਹੈ ਜਿਹੜੇ ਸੋ ਕਾਲਡ ਅਖੌਤੀ ਬਣੇ ਫਿਰਦੇ ਨੇ, ਕੋਈ ਸਿੱਖ ਬਣੇ ਫਿਰਦੇ ਨੇ ਜਾਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਨੇ, ਹੈ ਨਾ, ਵੀ ਇਸ ਤਰ੍ਹਾਂ ਦੇ ਵੀ, ਇਸ ਤੋਂ ਬਿਨਾਂ ਦੂਸਰੇ RSS ਵਾਲੇ ਵੀ ਜਿਹੜੇ ਹੈਗੇ ਨੇ, ਉਹਨਾਂ ਨਾਲ ਜੁੜੇ ਹੋਏ ਵੀ ਲੋਕ ਹੈਗੇ ਨੇ ਜਾਂ ਬਿਮਾਰ ਮਾਨਸਿਕਤਾ ਦੇ ਲੋਕ ਹੈਗੇ ਨੇ, ਉਹਨਾਂ ਦੀਆਂ ਪ੍ਰੋਫਾਈਲਸ ਤਾਂ ਨਹੀਂ ਚੈੱਕ, ਵੈਸੇ ਵੀ ਪਤਾ ਲੱਗ ਗਿਆ ਵੀ ਇਹ ਲੋਕ ਕੌਣ ਹੈਗੇ ਨੇ, ਉਹਨਾਂ ਦਾ ਕਲੀਅਰ ਹੋ ਗਿਆ ਕਿ ਉਹਨਾਂ ਦਾ ਮੁੱਖ ਟਾਰਗੇਟ ਹੈ ਕੀ ਹੈਗਾ ਆ। ਇਸ ਲਈ ਆਪਾਂ ਨੂੰ ਪਰਵਾਹ ਨਹੀਂ ਹੈਗੀ, ਆਪਾਂ ਨੇ ਜਿਹੜਾ ਕੰਮ ਕਰਨਾ ਕਰੀ ਜਾਣਾ, ਜੋ ਬੋਲਣਾ ਹੀ ਹੈ, ਕਿਉਂਕਿ ਮੈਂ ਲਿਟਰੇਚਰ ਦੇ ਵਿੱਚ ਕੰਮ ਕਰਦੀ ਹਾਂ, ਸਿਆਸੀ ਖੇਤਰ ਵਿੱਚ ਵੀ ਕੰਮ ਕਰਦੀ ਹਾਂ, ਉੱਥੇ ਵੀ ਜਦੋਂ ਸਾਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਤਾਂ ਅਸੀਂ ਆਪਣੀ ਗੱਲ ਬੇਬਾਕੀ ਦੇ ਨਾਲ ਕਹਿੰਦੇ ਹੈਗੇ ਆ। ਇਸ ਲਈ ਸਾਨੂੰ ਇਹਨਾਂ ਗੱਲਾਂ ਤੋਂ ਡਰਨ ਦੀ ਕੋਈ ਲੋੜ ਨਹੀਂ, ਪਰ ਹਾਂ ਸਾਡੇ ਸਾਹਮਣੇ ਇੱਕ ਸਵਾਲ ਤਾਂ ਪੈਦਾ ਹੁੰਦਾ, ਇਹ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਕਿ ਉਹ ਮੈਨੂੰ ਗਾਲਾਂ ਕੱਢਦੀਆਂ ਅਤੇ ਮੈਂ ਇਸ ਗੱਲ ਨੂੰ ਚੁੱਪ ਕਰ ਜਾਵਾਂਗੀ, ਪਰ ਇੱਕ ਸਵਾਲ ਤਾਂ ਹੈਗਾ ਨਾ ਕਿ ਔਰਤ ਨੂੰ ਕਿਉਂ ਗਾਲਾਂ ਕੱਢੀਆਂ ਜਾਂਦੀਆਂ ਨੇ। ਔਰਤ ਚਾਹੇ ਦੁਸ਼ਮਣ ਦੀ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਔਰਤ ਨੂੰ ਕਿਉਂ ਇਹ ਯੁੱਧ ਦਾ ਅਖਾੜਾ ਬਣਾਇਆ ਜਾਂਦਾ? ਜੇ ਤੁਸੀਂ ਲੜਾਈ ਲੜਨੀ ਹੈ ਤਾਂ ਓਪਨਲੀ ਸਿੱਧਾ ਮੈਦਾਨ ਦੇ ਵਿੱਚ ਆਓ। ਇਸ ਗੱਲ ਦਾ ਤਾਂ ਗਿਲਾ ਹੈਗਾ, ਕਿਉਂਕਿ ਇਹ ਵੀ ਇੱਕ ਔਰਤ ਪ੍ਰਤੀ ਉਹਨਾਂ ਦਾ ਔਰਤ ਵਿਰੋਧੀ ਨਜ਼ਰੀਆ ਹੈਗਾ ਆ, ਜਾਂ ਔਰਤ ਦੇ ਸ਼ੋਸ਼ਣ ਦਾ ਇੱਕ ਖਤਰਨਾਕ ਜਿਹੜਾ ਇਹ ਰੂਪ ਹੈਗਾ ਹੈ। ਅੱਛਾ, ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਬਾਰੇ ਤਾਂ ਠੱਪਾ ਲੱਗਿਆ ਹੋਇਆ, ਮਾੜੇ ਆ, ਇੱਦਾਂ ਦੇ ਆ, ਇਹਨਾਂ ਦੇ ਉਂਗਲੀਆਂ ਉੱਠਦੀਆਂ ਰਹਿੰਦੀਆਂ, ਪਰ ਧਾਰਮਿਕ ਪੱਖ ਤੋਂ ਜੇ ਦੇਖਿਆ ਜਾਵੇ ਤਾਂ ਸਿੱਖੀ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਪੁਰਾਣੇ ਸਮੇਂ ਤੋਂ ਇਹ ਚੱਲਦੀ ਆਉਂਦੀ ਹੈ ਕਿ ਸਿੱਖੀ ਦੇ ਵਿੱਚ ਬਾਬੇ ਨਾਨਕ ਨੇ ਵੀ ਔਰਤਾਂ ਲਈ ਆਵਾਜ਼ ਚੁੱਕੀ ਆ, ਗੁਰੂ ਗੋਬਿੰਦ ਸਿੰਘ ਜੀ ਹੁਣਾਂ ਨੇ ਵੀ ਆਵਾਜ਼ ਚੱਕੀ ਆ, ਪੂਰੀ ਹਿਸਟਰੀ ਇੱਦਾਂ ਦੀ ਆ ਨਾ। ਤਾਂ ਇਹ ਕਿਵੇਂ ਲੱਗਦਾ ਵੀ ਰਾਜਨੀਤਿਕ ਲੋਕਾਂ ਤੋਂ ਹਟ ਕੇ ਜਿਹੜੇ ਧਾਰਮਿਕ ਲੋਕ ਆ ਉਹ ਇਸ ਤਰੀਕੇ ਨਾਲ ਗਾਲਾਂ ਕੱਢਦੇ ਆ, ਵਿਰੋਧੀ ਵਿਚਾਰਾਂ ਨੂੰ ਦਬਾਉਂਦੇ, ਕਿੱਥੋਂ ਸੋਚ ਆਉਂਦੀ ਆ? ਦੇਖੋ ਮਨਦੀਪ ਜੀ, ਜੇ ਮੈਂ ਸਿੱਖ ਫਲਸਫੇ ਦੀ ਗੱਲ ਕਰਾਂ, ਸਿੱਖ ਫਲਸਫਾ ਹਮੇਸ਼ਾ ਹੀ ਲੁੱਟੇ ਜਾ ਰਹੇ ਲੋਕਾਂ ਦੀ ਪੈਰਵੀ ਕਰਦਾ ਰਿਹਾ ਹੈ। ਉਸ ਨੇ ਔਰਤ ਨੂੰ ਬਹੁਤ ਜ਼ਿਆਦਾ ਸਨਮਾਨ ਦਿੱਤਾ। ਜਦੋਂ ਅਸੀਂ ਗੁਰਮਤਿ ਵਿਚਾਰਧਾਰਾ ਨੂੰ ਪੜ੍ਹਦੇ ਹੈਗੇ ਆ ਵੀ ਜਿਸ ਢੰਗ ਦੇ ਨਾਲ ਉਹ ਸ਼ੁਰੂ ਹੋਇਆ ਹੈਗਾ ਆ, ਕਿਉਂਕਿ ਇਹ ਨਹੀਂ ਹੁੰਦਾ ਕਿ ਜੇ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰੀਏ ਤਾਂ ਉਹ ਫਲਸਫਾ ਜਿਹੜਾ ਹੈਗਾ ਉਹ ਔਰਤ ਦੀ ਗੱਲ ਕਰਦਾ। ਗੁਰੂ ਗੋਬਿੰਦ ਸਿੰਘ ਦਾ ਫਲਸਫਾ ਵੀ ਜਿਹੜਾ ਹੈਗਾ ਉਹ ਔਰਤ ਦੇ ਪੱਖ ਦੇ ਵਿੱਚ ਗੱਲ ਕਰਦਾ ਹੈਗਾ ਆ। ਪਰ ਵੇਖੋ, ਹਰ ਇੱਕ
ਜਥੇਬੰਦੀਆਂ ਵੀ ਲਗਾ ਲਓ, ਧਾਰਮਿਕ ਤੁਸੀਂ ਗੱਲ ਕੀਤੀ ਹੈਗੀ, ਇਸ ਦੇ ਵਿੱਚ ਵੀ ਜਿਹੜੇ ਲੋਕ ਆਪਣੇ ਆਪ ਨੂੰ ਸੋ ਕਾਲਡ ਸਿੱਖ ਫਲਸਫੇ ਨਾਲ ਜੁੜੇ ਹੋਏ ਦਰਸਾਉਂਦੇ ਨੇ, ਮੈਂ ਇਹੀ ਕਹਾਂਗੀ ਕਿਉਂਕਿ ਉਹ ਸਿੱਖ ਫਲਸਫੇ ਨਾਲ ਬਿਲਕੁਲ ਵੀ ਜੁੜੇ ਹੋਏ ਨਹੀਂ ਹੈਗੇ। ਉਹਨਾਂ ਦਾ ਮੁੱਖ ਮਕਸਦ ਇਹ ਹੈਗਾ ਵੀ ਰਾਜਨੀਤੀ ਤੌਰ 'ਤੇ ਆਪਣੀਆਂ ਰੋਟੀਆਂ ਸਿੱਕਣਾ, ਇਸ ਕਰਕੇ ਉਹ ਬਦਨਾਮ ਕਰਦੇ ਨੇ। ਜੇ ਆਪਾਂ ਇੱਕ ਫਲਸਫੇ ਨੂੰ ਆਧਾਰ ਬਣਾ ਕੇ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਿੱਖ ਫਲਸਫੇ ਵਿੱਚ ਇਦਾਂ ਦਾ ਰੁਝਾਨ ਹੋਵੇ। ਉਹ ਦੱਸਣਗੇ ਤੇ ਕਿਉਂਕਿ ਜਦੋਂ ਗੁਰੂ ਨਾਨਕ ਦੇ ਫਲਸਫਾ ਜਿਹੜਾ ਹੈਗਾ ਆ ਉਹ ਲੋਕਾਂ ਦੇ ਵਿੱਚ ਪ੍ਰਮਾਣਿਤ ਹੈ। ਜਿਹੜੇ ਖਾਸ ਤੌਰ 'ਤੇ ਜਿਹੜੀ ਸਾਡੀ ਪੰਜਾਬ ਦੀ ਸੁਸਾਇਟੀ ਹੈਗੀ ਆ, ਇਹ ਸਿੱਖ ਮਾਈਂਡਡ ਲੋਕ ਹੈਗੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਤਾਂ ਮਾਨਸਿਕਤਾ ਵਿੱਚ ਵਸੀ ਹੋਈ ਹੈ ਨਾ, ਜਿਹੜੇ ਲੋਕ ਗੁਰੂ ਨਾਨਕ ਦੇ ਫਲਸਫੇ 'ਤੇ ਵਿਸ਼ਵਾਸ ਰੱਖਦੇ ਨੇ ਉਹ ਬਹੁਤ ਵਧੀਆ ਹੋਣਗੇ, ਹੈ ਨਾ। ਇਹ ਚੀਜ਼ ਨੂੰ ਲੈ ਕੇ ਜੇ ਆਪਾਂ ਵੇਖੀਏ ਤਾਂ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੇ ਵਾਲੀ ਵਾਰਸ ਦੱਸਦੇ ਹੋਏ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅਸਲ ਦੇ ਵਿੱਚ ਉਹ ਇਸ ਫਲਸਫੇ ਤੋਂ ਟੁੱਟੇ ਹੋਏ ਨੇ, ਗੁਰੂ ਨਾਨਕ ਦੀ ਬਾਣੀ ਦਾ ਤੱਤ ਤੋੜ ਰਹੇ ਨੇ। ਹੁਣ ਆਪਾਂ ਥੋੜ੍ਹੀ ਜਿਹੀ ਆਪਾਂ ਇਹਦੇ 'ਤੇ ਵੀ ਗੱਲ ਕਰਾਂਗੇ, ਜਿਵੇਂ ਤੁਸੀਂ ਸ਼ੁਰੂ 'ਚ ਵੀ ਗੱਲ ਕੀਤੀ ਆ ਔਰਤਾਂ ਦੀ ਆਜ਼ਾਦੀ ਬਾਰੇ, ਹੈ ਨਾ, ਅਤੇ ਵੂਮਨ ਡੇ ਮਨਾਇਆ ਵੀ ਜਾਂਦਾ, ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ, ਹੈ ਨਾ। ਤਾਂ ਕੀ ਲੱਗਦਾ ਕਿਵੇਂ ਮਨਾਉਣਾ ਚਾਹੀਦਾ, ਕੀ ਮਹੱਤਵ ਆ ਵੂਮਨ ਡੇ ਦਾ? ਦੇਖੋ, ਜਿਹੜਾ ਵੂਮੈਨ ਡੇ ਹੈ ਇਹਦੀ ਆਪਣੀ ਇੱਕ ਖਾਸ ਮਹੱਤਤਾ ਹੈਗਾ। ਇਹ ਨਾਰੀ ਮੁਕਤੀ ਦਾ ਦਿਹਾੜਾ ਹੈਗਾ ਆ, ਜੋ ਕਿ ਜਿੱਥੋਂ ਇਹ ਸ਼ੁਰੂ ਹੋਇਆ ਹੈਗਾ ਉਹ ਇੱਕ ਸੰਘਰਸ਼ਾਂ ਦੇ ਵਿੱਚੋਂ ਸ਼ੁਰੂ ਹੋਇਆ ਹੈ। ਵੀ 8 ਮਾਰਚ 1857 ਦੇ ਵਿੱਚ ਸੂਤੀ ਮਿੱਲ, ਨਿਊਯਾਰਕ ਦੇ ਵਿੱਚ ਜਿਹੜੀ ਸੂਤੀ ਮਿੱਲ ਸੀ, ਉੱਥੋਂ ਦੀਆਂ ਬੀਬੀਆਂ ਨੇ ਆਪਣੇ ਹੱਕਾਂ ਦੇ ਵਾਸਤੇ ਵੀ ਸਾਨੂੰ ਬਰਾਬਰ ਦਾ ਵੇਤਨ ਮਿਲੇ, ਜਿੱਥੇ ਅਸੀਂ ਕੰਮ ਕਰਦੇ ਹੈਗੇ ਆ ਉੱਥੇ ਸੁਖਾਵਾਂ ਮਾਹੌਲ ਮਿਲੇ, ਉਹਨਾਂ ਨੇ ਸੰਘਰਸ਼ ਕੀਤਾ ਸੀ ਇਸ ਚੀਜ਼ ਨੂੰ ਲੈ ਕੇ। ਇਸ ਲਈ ਇਹ ਦਿਨ ਨਿਕਲੇ ਤਾਂ ਸੰਘਰਸ਼ਾਂ ਦੇ ਵਿੱਚੋਂ ਹੀ ਹੈ ਨਾ, ਵੀ ਔਰਤ ਨੂੰ ਆਪਣੀ ਸਥਿਤੀ ਦੇ ਬਾਰੇ ਵਿੱਚ, ਆਪਣੀ ਅਸਤਿਤਵ ਦੇ ਬਾਰੇ ਵਿੱਚ, ਆਪਣੀ ਹੋਂਦ ਦੇ ਬਾਰੇ ਦੇ ਵਿੱਚ ਸੁਚੇਤ ਰਹਿਣਾ ਪਵੇਗਾ। ਜਿੱਥੇ ਉਹਦੇ ਹੱਕ ਲੁੱਟੇ ਜਾ ਰਹੇ ਨੇ ਉਸ ਦੇ ਵਿਰੁੱਧ ਬਗਾਵਤ ਕਰਨੀ ਪਵੇਗੀ। ਇਹ ਇੱਕ ਮੁਹਿੰਮ ਸੀਗੀ, ਸੰਘਰਸ਼ ਸੀ ਜਥੇਬੰਦੀਆਂ ਦਾ, ਜਿਹਦੇ ਵਿੱਚੋਂ ਦਿਨ ਨਿਕਲਿਆ ਸੀ। ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ 8 ਮਾਰਚ ਨੂੰ ਯਾਦ ਕਰਦੇ ਹਾਂ ਤਾਂ ਇਹ ਦਿਨ ਸਾਨੂੰ ਇੱਕ ਸੰਘਰਸ਼ ਦੀ ਪੈਰਵੀ ਕਰਦਾ ਹੈਗਾ। ਉਹ ਸੰਘਰਸ਼ ਜਿਹਦੇ ਵਿੱਚ ਅਸੀਂ ਬਹੁਤ ਸਾਰੇ, ਜਿਵੇਂ ਵੋਟ ਦਾ ਅਧਿਕਾਰ ਹੈਗਾ ਆ, ਜਿਹੜੇ ਕੰਮ ਦੇ ਸਮਾਨ ਮੌਕੇ ਨੇ ਉਹ ਅਸੀਂ ਹਾਸਲ ਕੀਤੇ ਹੈਗੇ ਨੇ। ਅਤੇ ਇਹ ਦਿਨ ਸਾਨੂੰ ਇਸ ਚੀਜ਼ ਵਾਸਤੇ ਜਤਾਉਂਦਾ ਹੈ ਕਿ ਅੱਜ ਵੀ ਜਿਹੜੀ ਸਾਡੀਆਂ ਔਰਤਾਂ ਨੇ ਉਹ ਕਿਸ ਤਰ੍ਹਾਂ ਦੀਆਂ ਵਿਤਕਰੇ ਦਾ ਸ਼ਿਕਾਰ ਨੇ, ਕਿਸ ਤਰ੍ਹਾਂ ਬੇਇਨਸਾਫੀ ਉਹਨਾਂ ਨਾਲ ਹੋ ਰਹੀ ਆ, ਕਿੱਥੇ ਕਿੱਥੇ ਉਹਨਾਂ ਨਾਲ ਅਸਾਮੀ ਵੰਡ ਸਾਹਮਣੇ ਆ ਰਹੀ ਹੈਗੀ ਆ। ਇਸ ਦੇ ਵਿਰੁੱਧ ਅਸੀਂ ਇੱਕ ਲਹਿਰ ਤਿਆਰ ਕਰਨੀ ਆ, ਇਸ ਚੀਜ਼ ਨੂੰ ਦਰਸਾਉਂਦਾ ਆ। ਪਰ ਜੇ ਆਪਾਂ ਇਹ ਗੱਲ ਕਰੀਏ ਤਾਂ ਇਸ ਦੀਆਂ ਵੰਡੀਆਂ ਪੈ ਗਈਆਂ, ਕਿਉਂਕਿ ਇਹ ਕੋਈ ਇਹਨੂੰ ਜਸ਼ਨਾਂ ਦੇ ਰੂਪ ਵਿੱਚ ਮਨਾ ਰਿਹਾ ਹੈਗਾ ਆ, ਕੋਈ ਇਹਨੂੰ ਆਪਣੇ ਤੌਰ 'ਤੇ ਇਕੱਠੇ ਹੋ ਕੇ ਵੀ ਆਪਾਂ ਦੇਖੀਏ ਕਿ ਅਸੀਂ ਆਹ ਕੁਛ ਪ੍ਰਾਪਤ ਕੀਤਾ, ਉੱਥੋਂ ਕੁ ਤੱਕ ਸੀਮਤ ਹੈ। ਪਰ ਅਸਲ 'ਚ ਗੱਲ ਇਹ ਹੁੰਦੀ ਹੈ ਕਿ ਉਸ ਦਿਨ ਨੂੰ ਲੈ ਕੇ ਅੱਜ ਵਰਤਮਾਨ ਨੂੰ ਦੇਖਣਾ ਅਤੇ ਉਸ ਤੋਂ ਬਾਅਦ ਇੱਕ ਦਿਸ਼ਾ ਨਿਰਧਾਰਿਤ ਕਰਨੀ ਕਿ ਅਸੀਂ ਔਰਤ ਦੇ ਸਾਹਮਣੇ, ਜਿਹੜੀ ਔਰਤ ਵਰਗ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਦਾ ਕਿਵੇਂ ਹੱਲ ਕਰਨਾ ਆ, ਉਸ ਚੀਜ਼ ਨੂੰ ਦਰਸਾਉਂਦਾ। ਮੈਨੂੰ ਲੱਗਦਾ ਕਿ ਸਾਨੂੰ ਇਤਿਹਾਸ ਤਾਂ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਸਾਡਾ ਕੁਰਬਾਨੀਆਂ ਦਾ ਇਤਿਹਾਸ ਹੈ, ਸੰਘਰਸ਼ਾਂ ਦਾ ਇਤਿਹਾਸ ਹੈ, ਉਸ ਨੂੰ ਨਾਲੋਂ ਨਾਲ ਲੈ ਕੇ ਚੱਲਣਾ ਚਾਹੀਦਾ ਜੀ। ਕੀ ਇਹਨੂੰ, ਜਿਵੇਂ ਤੁਸੀਂ ਜਸ਼ਨ ਦੀ ਗੱਲ ਕੀਤੀ, ਕਿ ਇਹਨੂੰ ਜਸ਼ਨ ਦੇ ਤੌਰ 'ਤੇ ਨਹੀਂ ਮਨਾਇਆ ਜਾਣਾ ਚਾਹੀਦਾ ਔਰਤ ਦਿਵਸ ਨੂੰ? ਦੇਖੋ, ਇਤਿਹਾਸ ਦੇ ਵਿੱਚ ਸਾਡੀ ਜਿੱਤ ਪ੍ਰਾਪਤ ਹੋਈ ਆ, ਕਿਉਂਕਿ ਅਸੀਂ ਬਹੁਤ ਸਾਰੇ ਅਧਿਕਾਰ ਪ੍ਰਾਪਤ ਕੀਤੇ ਨੇ, ਅਤੇ ਜੇ ਅਸੀਂ ਉਹਨਾਂ ਅਧਿਕਾਰਾਂ ਦੇ ਪ੍ਰਾਪਤ ਦੀ ਸਾਨੂੰ ਖੁਸ਼ੀ ਤਾਂ ਹੋਣੀ ਚਾਹੀਦੀ ਆ, ਪਰ ਇਕੱਲਾ ਜਸ਼ਨ ਹੀ ਨਾ ਹੋਵੇ ਵੀ ਇਕੱਲਾ ਅਸੀਂ ਉਹਨੂੰ ਇਹ ਕਰੀਏ ਵੀ ਹਾਂ ਵੀ ਇੱਕ ਦਿਨ ਜਿਹੜਾ ਹੈ ਔਰਤ ਨੂੰ ਮਿਲ ਗਏ ਆ। 8 ਮਾਰਚ ਜਿਹੜਾ ਸੀਗਾ ਸਾਡਾ ਬਾਅਦ ਵਿੱਚ ਡਿਕਲੇਅਰ ਕਰ ਦਿੱਤਾ UNO ਨੇ ਕਿ ਭਾਵੇਂ ਵੱਖੋ ਵੱਖਰੇ ਦਿਨਾਂ ਦੇ ਵਿੱਚ ਮਨਾਏ ਜਾਂਦੇ ਸੀ, ਕਿ ਰੂਸ ਦੇ ਵਿੱਚ ਹੋਰ ਢੰਗ ਨਾਲ ਮਨਾਇਆ ਜਾਂਦਾ, ਜਰਮਨੀ ਵਿੱਚ ਹੋਰ ਢੰਗ ਦੇ ਨਾਲ, ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਢੰਗ ਨਾਲ ਮਨਾਇਆ ਜਾਂਦਾ ਸੀ। ਅਤੇ 8 ਮਾਰਚ ਉਸੇ ਹੀ ਪਿਛਲੇ ਇਤਿਹਾਸ ਜਿਹੜਾ ਸਾਡਾ ਮੀਲ ਪੱਥਰ ਹੈ ਉੱਥੋਂ ਉਹਦੇ ਨਾਲ ਜੁੜਦਾ ਜਾ ਕੇ, ਹੈ ਨਾ। ਅਤੇ ਉਸ ਲਈ ਉਹ ਦਿਨ ਸਾਨੂੰ ਯਾਦ ਤਾਂ ਕਰਾਉਂਦਾ ਹੈ ਨਾ ਵੀ ਸਾਡੇ ਅਸੀਂ ਉਂਝ ਨਹੀਂ ਸਾਨੂੰ ਪ੍ਰਾਪਤ ਮਿਲਿਆ ਸਾਰਾ ਕੁਛ, ਕਿ ਔਰਤ ਨੂੰ ਦੁਜੈਲਾ ਸਥਾਨ ਦਿੱਤਾ ਗਿਆ, ਔਰਤ ਨੂੰ ਤਾਂ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ। ਉਸ ਮਾਹੌਲ ਦੇ ਵਿੱਚ ਔਰਤ ਨੂੰ ਘਰ ਦੀ ਚਾਰ ਦੀਵਾਰੀ ਵਿੱਚੋਂ ਨਿਕਲਣ ਦਾ ਅਧਿਕਾਰ ਹੀ ਨਹੀਂ ਸੀ। ਜੇ ਸਾਡੀਆਂ ਔਰਤਾਂ ਨੇ ਸੰਘਰਸ਼ ਬਾਹਰ ਨਿਕਲੀਆਂ, ਸੰਘਰਸ਼ ਕੀਤਾ, ਸੰਘਰਸ਼ ਕਰਕੇ ਆਪਣੇ ਜਿਹੜੇ ਉਹਨਾਂ ਨੇ ਕੁਝ ਹੱਕ ਪ੍ਰਾਪਤ ਕੀਤੇ, ਤਾਂ ਸਾਡੇ ਲਈ ਜਸ਼ਨ ਹੀ ਹੈ ਨਾ। ਜਸ਼ਨਾਂ ਦੇ ਤੌਰ 'ਤੇ ਨਾਲ ਮਨਾਉਂਦੇ ਹੋਏ ਨਾਲ ਇਹ ਵੀ ਵੇਖਣਾ ਪਏਗਾ ਕਿ ਵਰਤਮਾਨ ਸਾਡੀਆਂ ਚੁਣੌਤੀਆਂ ਕੀ ਨੇ, ਅਸੀਂ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਇਹ ਨਾਲੋਂ ਨਾਲ ਦੋਨਾਂ ਨੂੰ ਹੀ ਨਾਲੋਂ ਵੇਖੋ, ਅਤੀਤ, ਵਰਤਮਾਨ ਅਤੇ ਭਵਿੱਖ, ਇਹਨਾਂ ਤਿੰਨਾਂ ਨੂੰ ਨਾਲੋਂ ਨਾਲ ਰੱਖ ਕੇ ਜੇ ਆਪਾਂ ਵੇਖਾਂਗੇ ਉਸ ਚੀਜ਼ ਨੂੰ ਨਾ, ਉਸ ਦਿਹਾੜੇ ਨੂੰ ਵੇਖਾਂਗੇ, ਤਾਂ ਮੈਨੂੰ ਲੱਗਦਾ ਕਿ ਇਸ ਦੀ ਹੋਰ ਵੀ ਸਾਰਥਿਕਤਾ ਹੋਵੇਗੀ ਜੀ। ਅੱਜ ਕੱਲ੍ਹ ਇੱਕ ਹੋਰ ਵੀ ਹੈਗਾ ਜੀ ਟ੍ਰੈਂਡ, ਜਿਵੇਂ ਕੁੜੀਆਂ
ਜਾਂ ਔਰਤਾਂ ਕੁਛ ਹੈ ਨਾ ਇਦਾਂ ਦੀਆਂ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਖੁੱਲ੍ਹ ਹੁੰਦੀ ਹੈ ਜਾਂ ਕੁਛ ਚਾਹੁੰਦੀਆਂ ਖੁੱਲ੍ਹ ਲੈਣਾ ਹੈ ਨਾ, ਤਾਂ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਮੁੰਡਿਆਂ ਨੂੰ ਖੁੱਲ੍ਹ ਆ ਤਾਂ ਅਸੀਂ ਵੀ ਇਸੇ ਤਰੀਕੇ ਨਾਲ ਹੀ ਬਾਹਰ ਆਈਏ ਹੈ ਨਾ। ਜਿਵੇਂ ਕੁਛ ਇੱਕ ਟਰੈਂਡ ਬਣਿਆ ਹੋਇਆ ਸ਼ਰਾਬ ਪੀਣ ਦਾ, ਸਿਗਰਟ ਪੀਣ ਦਾ ਹੈ ਨਾ, ਤਾਂ ਇਸ ਨੂੰ ਕੁਛ ਨਾਰੀਵਾਦੀ ਜਿਹੜੀ ਹੈਗੀਆਂ ਔਰਤਾਂ ਉਹ ਇਸ ਨਾਲ ਜੋੜਦੇ ਕਿ ਸਾਡੀ ਆਜ਼ਾਦੀ ਇਹੀ ਆ। ਕੀ ਇਸ ਨੂੰ ਆਪਾਂ ਮੰਨ ਸਕਦੇ ਹਾਂ ਵੀ ਹਾਂ ਇਹ ਆਜ਼ਾਦੀ ਅਸਲ ਆ ਜਾਂ ਇਸ ਤਰੀਕੇ ਨਾਲ ਆਜ਼ਾਦੀ ਹੋਣੀ ਚਾਹੀਦੀ ਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਡੀ ਔਰਤ ਹੈ ਨਾ, ਉਹ ਦੋ ਤਰ੍ਹਾਂ ਉਹਦਾ ਸ਼ੋਸ਼ਣ ਹੋ ਰਿਹਾ। ਇੱਕ ਤਾਂ ਉਹਨੂੰ ਭੋਗ ਦੀ ਵਸਤੂ ਬਣਾਇਆ ਗਿਆ, ਇੱਕ ਉਹਨੂੰ ਨੁਮਾਇਸ਼ ਦੀ ਵਸਤੂ ਬਣਾਇਆ ਗਿਆ। ਜਦੋਂ ਕੰਜ਼ਿਊਮਰ ਕਲਚਰ ਆਉਂਦਾ ਤਾਂ ਉਸ ਨੇ ਇੱਕ ਭਰਮ ਭੁਲਾਓ ਆਜ਼ਾਦੀ ਦਾ ਇੱਕ ਭਰਮ ਸਿਰਜ ਦਿੱਤਾ, ਜਿਹਦੇ ਵਿੱਚ ਆਮ ਤੌਰ 'ਤੇ ਜਿਹੜੀ ਸਾਡੀ ਮੱਧ ਵਰਗ ਹੈ ਉਹ ਇਸ ਦੇ ਵਿੱਚ ਜਿੜਕਿਆ ਗਿਆ। ਉਹਨਾਂ ਨੂੰ ਇਹ ਲੱਗਿਆ ਕਿ ਜਿਵੇਂ ਜੋ ਕੁਛ ਮੀਡੀਆ ਰਾਹੀਂ ਦਰਸਾਇਆ ਜਾਂਦਾ ਹੈਗਾ ਆ, ਅਤੇ ਵੀ ਉਹੀ ਸਾਡੀ ਆਜ਼ਾਦੀ ਹੈਗੀ। ਅਸੀਂ ਆਪਣੀ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਪਾਉਣੇ ਨੇ, ਵੈਸੇ ਤਾਂ ਕੱਪੜਿਆਂ ਉੱਪਰ ਕਿਸੇ ਦੀ ਦਖਲਅੰਦਾਜ਼ੀ ਹੋਣੀ ਨਹੀਂ ਚਾਹੀਦੀ, ਪਰ ਜਿਹੜੇ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਖੁੱਲ੍ਹ ਮੰਨੀਏ, ਉਹ ਖੁੱਲ੍ਹ ਜਿਸ ਦੇ ਵਿੱਚ ਸਾਡੀਆਂ ਜਿਹੜੀਆਂ ਕੁਛ ਟੈਪੂਜ਼ ਹੁੰਦੇ ਨੇ ਕਿਸੇ ਸੁਸਾਇਟੀ ਦੇ, ਉਹਨਾਂ ਨੂੰ ਵੀ ਸਾਈਡ 'ਤੇ ਕਰਕੇ ਵੀ ਉਸ ਤਰ੍ਹਾਂ ਅਸੀਂ ਆਪਣੀ ਖੁੱਲ੍ਹ ਮੰਨੀਏ ਜਿਸ ਖੁੱਲ੍ਹ ਦੇ ਨਾਲ ਸਮਾਜ ਦੇ ਵਿੱਚ ਅਨਾਰਕੀ ਫੈਲੇ, ਅਤੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰੀਏ ਕਿ ਜਿਵੇਂ ਕਿ ਵੀ ਅਸੀਂ ਬਿਲਕੁਲ ਆਜ਼ਾਦ ਹੈਗੀਆਂ ਵਾ। ਜਿਹੜੇ ਸਾਡੇ ਨਾਰੀਵਾਦ, ਵੇਖੋ ਨਾਰੀਵਾਦ ਦੇ ਵੀ ਅੱਗੋਂ ਕਈ ਰੂਪ ਹੈਗੇ ਨੇ। ਇੱਕ ਰੈਡੀਕਲ ਨਾਰੀਵਾਦ ਸੀ ਜਿਹੜਾ ਸਿੱਧਾ ਔਰਤ ਮਰਦ ਅਤੇ ਔਰਤ ਦੀ ਲੜਾਈ ਨੂੰ ਬਣਾਉਂਦਾ ਸੀ ਕਿ ਔਰਤ ਦੀ ਇਹ ਸਿਚੁਏਸ਼ਨ ਵਾਸਤੇ ਕਿ ਮਰਦ ਨੇ ਇਹ ਕੁਛ ਕੀਤਾ ਅਤੇ ਮਰਦ ਜਿਸ ਤਰ੍ਹਾਂ ਮਰਦ ਵਿਚਰ ਰਿਹਾ ਹੈਗਾ ਆ ਉਸੇ ਤਰ੍ਹਾਂ ਔਰਤ ਵੀ ਵਿਚਰੇ। ਪਰ ਇਹਦੇ ਵਿੱਚ ਸਾਨੂੰ ਦੋਨਾਂ ਚੀਜ਼ਾਂ ਨੂੰ ਬਰਾਬਰ ਵੇਖਣਾ ਪਏਗਾ। ਜੇ ਮਰਦ ਨੂੰ ਇਹ ਚੀਜ਼ ਦੀ ਆਜ਼ਾਦੀ ਕਿਉਂ, ਸਾਨੂੰ ਉਹਦੇ 'ਤੇ ਪੁਆਇੰਟ ਰੱਖਣਾ ਪਏਗਾ ਵੀ ਉਹ ਸਾਰਾ ਕੁਛ ਇਸ ਤਰ੍ਹਾਂ ਸਾਰੇ ਟੈਬੂਸ ਤੋੜ ਕੇ ਕਿਵੇਂ ਵਿਚਰ ਰਿਹਾ ਹੈਗਾ, ਸਾਨੂੰ ਉਹਦੇ 'ਤੇ ਗੱਲ ਕਰਨੀ ਪਏਗੀ। ਪਰ ਉਲਟ ਹੋ ਕੀ ਰਿਹਾ, ਜੇ ਉਹ ਇਸ ਦਲਦਲ ਵਿੱਚ ਫਸਿਆ ਹੋ ਤਾਂ ਔਰਤ ਵੀ ਬਰਾਬਰ ਖੜ ਜਾਂਦੀ ਹੈ, ਅਤੇ ਜਿਸ ਨੂੰ ਕੁਝ ਸ਼ਹਿ ਜਿਹੜੀ ਦੇ ਰਹੀਆਂ ਨੇ ਸਾਡੇ ਨਾਰੀਵਾਦੀ ਸੰਗਠਨ ਦੇ ਰਹੇ ਨੇ। ਅਤੇ ਮੈਨੂੰ ਲੱਗਦਾ ਕਿ ਇਹ ਇੱਕ ਮੁਕਾਬਲੇ ਦੀ ਭਾਵਨਾ ਹੈਗੀ ਹੈ, ਇਹਦੇ ਵਿੱਚੋਂ ਕੋਈ ਉਸ ਤਰ੍ਹਾਂ ਕੁਛ ਨਹੀਂ ਨਿਕਲਦਾ ਹੈਗਾ ਜਿਸ ਤਰ੍ਹਾਂ ਅੱਜ ਸਮਾਜ ਦੇ ਵਿੱਚ ਚੱਲ ਰਿਹਾ ਹੈਗਾ ਹੈ। ਕਿ ਔਰਤ ਇਹ ਦੇਖਦੀ ਹੈ ਕਿ ਮੈਂ ਸ਼ਰਾਬ ਪੀਵਾਂ, ਮੈਂ ਖੁੱਲ੍ਹ ਮੰਨਾਂ, ਇੱਥੋਂ ਤੱਕ ਕਿ ਜਿਹੜੇ ਸਰੀਰਕ ਸੰਬੰਧ ਨੇ ਓਪਨ ਤੌਰ 'ਤੇ ਇੱਕ ਦੂਸਰੇ ਦੇ ਨਾਲ ਅਲੱਗ ਰਹਾਂ, ਜਿਹਨੂੰ ਆਪਾਂ ਲਿਵਿੰਗ ਰਿਲੇਸ਼ਨਸ ਦੀ ਵੀ ਗੱਲ ਕਰਦੇ ਆ ਵੀ ਇਹ ਨਹੀਂ ਹੈ ਕਿ ਵਿਆਹ ਵਰਗੀ ਸੰਸਥਾ ਨੂੰ ਤੋੜਨਾ, ਵਿਆਹ ਜਿਹੜੀ ਸਾਡੇ ਰਸਤੇ ਵਿੱਚ ਰੁਕਾਵਟ ਹੈ ਉਹਨੂੰ ਨਹੀਂ ਤੋੜਨਾ ਹੈਗਾ। ਇਹ ਆਪਣੇ ਹੀ ਢੰਗ ਦੇ ਨਾਲ ਦੀ ਜਿਹੜੀ ਆਜ਼ਾਦੀ ਹੈਗੀ ਹੈ ਇਹ ਸਮਾਜ ਦੇ ਵਿਕਾਸ ਦੇ ਵਾਸਤੇ ਰੁਕਾਵਟ ਵੀ ਬਣਦੀ ਹੈਗੀ ਹੈ, ਕਿਉਂਕਿ ਔਰਤ ਇੱਕ ਮੁਕਾਬਲੇ ਦੀ ਭਾਵਨਾ 'ਚ ਖੜ ਜਾਂਦੀ ਹੈ। ਉਹ ਇਹ ਨਹੀਂ ਦੇਖਦੀ ਕਿ ਜਿਹੜੀਆਂ ਕਦਰਾਂ ਕੀਮਤਾਂ, ਜਿਹੜੇ ਮੁੱਲ ਨੇ, ਉਹਨਾਂ ਨੂੰ ਉਸ ਦੀ ਜਕੜ ਨੂੰ ਅਸੀਂ ਕਿਹੜੇ ਢੰਗ ਦੇ ਨਾਲ ਤੋੜਨਾ, ਉਹਨਾਂ ਦੀ ਦਿਸ਼ਾ ਜਿਹੜੀ ਹੈ ਉਹ ਬਹੁਤ ਗਲਤ ਹੈ। ਅਤੇ ਮੈਨੂੰ ਲੱਗਦਾ ਕਿ ਇਹ ਅਨਾਰਕੀ ਜਿਹੜੀ ਸਮਾਜ ਦੇ ਵਿੱਚ ਲਗਾਤਾਰ ਫੈਲ ਰਹੀ ਹੈ, ਇਹ ਸਮਾਜ ਦੇ ਵਿਕਾਸ ਵਾਸਤੇ ਨਹੀਂ, ਨਾ ਹੀ ਔਰਤ ਦੀ ਆਜ਼ਾਦੀ ਦਾ ਸਵਾਲ ਹੈ। ਕਿਉਂਕਿ ਮਾਨਸਿਕ ਪੱਧਰ 'ਤੇ ਤਾਂ ਅਸੀਂ ਉੱਥੇ ਖੜੇ ਹਾਂ, ਵਿਚਾਰਾਂ ਦੇ ਆਧਾਰ 'ਤੇ ਸਾਡੇ ਵਿੱਚ ਕੋਈ ਪ੍ਰਗਤੀ ਹੋ ਨਹੀਂ ਰਹੀ ਹੈਗੀ। ਅਸੀਂ ਬਾਹਰੀ ਰੂਪ ਬਦਲ ਰਹੇ ਹਾਂ। ਬਾਹਰੀ ਰੂਪ ਜਿੰਨਾ ਚਿਰ ਆਧਾਰ ਨੂੰ ਨਹੀਂ ਨਾ ਬਦਲਦੇ ਹੈਗੇ, ਸਟਰਕਚਰ ਨੂੰ ਨਹੀਂ ਨਾ ਬਦਲਦੇ ਹੈਗੇ, ਉਹਨਾਂ ਚਿਰ ਔਰਤ ਨੂੰ ਆਜ਼ਾਦੀ ਨਹੀਂ ਮਿਲ ਸਕਦੀ। ਇਹ ਰੂਪ ਬਦਲ ਕੇ ਆਜ਼ਾਦੀ ਲੈਣਾ ਤਾਂ ਇਹ ਤਾਂ ਇੱਕ ਉੱਧਰਲੇ ਪਾਸੇ ਸੁਸਾਇਟੀ ਦੀ ਗਿਰਾਵਟ ਵੱਲ ਜਾਣ ਦੀ ਹੀ ਨਿਸ਼ਾਨੀ ਹੁੰਦੀ ਹੈ। ਅੱਛਾ, ਜਿਵੇਂ ਕੁਛ ਔਰਤਾਂ ਜੌਬ ਕਰਦੀਆਂ ਹੈ ਨਾ, ਬਾਹਰ ਅੰਦਰ ਆਉਂਦੀਆਂ ਜਾਂਦੀਆਂ, ਉਹਨਾਂ ਦੇ ਕੋਲੇ ਪੈਸਾ ਵੀ ਹੁੰਦਾ, ਕੀ ਉਹਨਾਂ ਦੀ ਆਜ਼ਾਦੀ ਹੈ ਜਾਂ ਉਹਨਾਂ ਦੀ ਵੀ ਆਜ਼ਾਦੀ ਇੱਕ ਭੁਲੇਖਾ ਆ? ਦੇਖੋ, ਆਜ਼ਾਦੀ ਜਿਹੜੀ ਹੈ ਨਾ, ਆਰਥਿਕ ਆਜ਼ਾਦੀ ਤਾਂ ਮਿਲ ਗਈ ਉਹਨਾਂ ਨੂੰ, ਪਰ ਆਰਥਿਕ ਆਜ਼ਾਦੀ ਨਾਲ ਵੀ ਵੇਖ ਲਓ ਕਿ ਉਹ ਜਿੰਨੀ ਵੀ ਤਨਖਾਹ ਲੈਂਦੀਆਂ ਨੇ ਉਹ ਆਪਣੀ ਮਨਮਰਜ਼ੀ ਨਾਲ ਕੁਛ ਵੀ ਖਰੀਦ ਨਹੀਂ ਸਕਦੀਆਂ। ਉਹ ਇੱਥੋਂ ਤੱਕ ਕਿ ਉਹਨਾਂ ਦੇ ਏਟੀਐਮ ਜਿਹੜੇ ਨੇ ਉਹ ਵੀ ਉਹਨਾਂ ਦੇ ਘਰ ਵਾਲਿਆਂ ਦੇ ਕੋਲ ਹੁੰਦੇ ਨੇ, ਉਹਨਾਂ ਦੇ ਪਤੀ ਰੱਖਦੇ ਹੈਗੇ ਨੇ। ਠੀਕ ਹੈ, ਥੋੜ੍ਹਾ ਜਿਹਾ ਕੁਛ ਹਾਲਤਾਂ ਹੋ ਜਾਂਦੀਆਂ ਨੇ, ਪਰ ਜਿਹੜੀ ਸਮਾਜਿਕ ਜਕੜ ਹੈ ਉਹ ਨਹੀਂ ਟੁੱਟਦੀ ਹੈਗੀ। ਸਮਾਜਿਕ ਮੁੱਲ ਜਿਹੜੇ ਨੇ ਉਹਨਾਂ ਨੂੰ ਉਵੇਂ ਜਕੜੀ ਰੱਖਦੇ ਹੈਗੇ ਨੇ। ਇਹ ਨਹੀਂ ਹੈਗਾ ਕਿ ਦੂਸਰਿਆਂ ਨਾਲ ਤਾਂ ਥੋੜ੍ਹੀਆਂ ਜਿਹੀਆਂ ਸੁਖਾਵੀਆਂ ਹੋਣਗੀਆਂ, ਪਰ ਉਹਨਾਂ ਦਾ ਸ਼ੋਸ਼ਣ ਦੇਖੋ, ਪਹਿਲਾਂ ਉਹ ਘਰ ਵੀ ਕੰਮ ਕਰਦੀਆਂ ਨੇ, ਫਿਰ ਜਿੱਥੇ ਜਾਂਦੀਆਂ ਨੇ ਉੱਥੇ ਵੀ ਕੰਮ ਕਰਦੀਆਂ ਨੇ, ਫਿਰ ਉਸ ਤੋਂ ਬਾਅਦ ਥੱਕੀਆਂ ਜਦੋਂ ਘਰ ਆਉਂਦੀਆਂ ਨੇ ਉਦੋਂ ਵੀ ਕੰਮ ਕਰਦੀਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੇ ਉੱਪਰ ਦਬਾਅ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਜਾਂਦਾ, ਜਿਹੜਾ ਕੰਮਕਾਜੀ ਔਰਤਾਂ ਹੈਗੀਆਂ ਨੇ। ਆਰਥਿਕ ਖੁਸ਼ਹਾਲੀ ਥੋੜ੍ਹੀ ਜਿਹੀ ਆਉਂਦੀ ਆ, ਪਰ ਉਹਨਾਂ ਨੂੰ ਸਮਾਜਿਕ ਗੁਲਾਮੀਅਤ ਉੱਦਾਂ ਹੀ ਸਹਿਣੀ ਪੈਂਦੀ ਹੈ। ਆਪਾਂ ਇਹਨਾਂ ਬਾਰੇ ਗੱਲ ਕੀਤੀ ਹੈ ਜੀ, ਫਿਰ ਕਿੱਦਾਂ ਦੀ ਆਜ਼ਾਦੀ ਹੋਵੇ ਜਿਹੜੀ ਲੱਗੇ ਕਿ ਹਾਂ ਬਿਲਕੁਲ ਅਸੀਂ ਬਰਾਬਰ ਹਾਂ, ਖੁੱਲ੍ਹ ਆ ਪੂਰੀ ਸਾਨੂੰ? ਦੇਖੋ, ਇੱਕ ਤਾਂ ਇਹਦੇ ਵਿੱਚ ਜਿਹੜੀ ਕੰਮ ਦੀ ਵੰਡ ਹੈ,
ਕੰਮ ਦੀ ਵੰਡ ਪਹਿਲਾਂ ਹੋਈ ਸੀ। ਪਹਿਲਾਂ ਔਰਤ ਨੂੰ, ਮਰਦ ਨੇ ਬਾਹਰਲੇ ਕੰਮ ਸਾਂਭ ਲਏ ਸੀ। ਉਹ ਸਿਚੁਏਸ਼ਨ ਇੱਦਾਂ ਦੀ ਸੀ, ਔਰਤ ਨੂੰ ਘਰ ਦੇ ਕੰਮ ਦੇ ਦਿੱਤੇ ਗਏ ਸੀ। ਜਦੋਂ ਕੰਮ ਦੀ ਵੰਡ ਹੋਈ ਸੀ, ਉਸ ਸਮੇਂ ਤੋਂ ਹੀ ਔਰਤ ਦੀ ਇਹ ਸਿਚੁਏਸ਼ਨ ਬਣ ਗਈ। ਹੌਲੀ ਹੌਲੀ ਚਾਹੇ ਇੰਡਸਟਰੀਅਲ ਰੈਵੋਲਿਊਸ਼ਨਸ ਆਈ, ਹੌਲੀ ਹੌਲੀ ਥੋੜ੍ਹੀ ਚੇਤਨਾ ਜਿਹੜੀ ਪ੍ਰਗਟ ਹੋਣੀ ਸ਼ੁਰੂ ਹੋਈ ਕਿ ਔਰਤ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲੀ। ਉਹਨੇ ਆਰਥਿਕ ਥੋੜ੍ਹੀ ਬਹੁਤ, ਇਹ ਨਹੀਂ ਹੈ ਕਿ ਆਲ ਓਵਰ ਜੇ ਅਸੀਂ ਔਰਤ ਦੀ ਗੱਲ ਕਰੀਏ ਤਾਂ ਸਾਡੀਆਂ 3 ਤਰ੍ਹਾਂ ਦੀਆਂ ਵਰਗ ਆ ਜਾਂਦੇ ਨੇ, ਉੱਪਰਲਾ ਵਰਗ, ਮੱਧ ਵਰਗ ਅਤੇ ਹੇਠਲਾ ਵਰਗ ਜਿਹੜਾ ਹੈਗਾ ਆ। ਅਤੇ ਸਾਰਿਆਂ ਦੇ ਸ਼ੋਸ਼ਣ ਦੇ ਵੱਖੋ ਵੱਖਰੇ ਰੂਪ ਨੇ। ਹੇਠਲਾ ਵਰਗ ਜਿਹੜਾ ਹੈਗਾ ਮਾਨਸਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਇੱਥੋਂ ਤੱਕ ਕਿ ਉਹ ਜਿਹੜਾ ਸਰੀਰਕ ਤੌਰ 'ਤੇ, ਕਈ ਤਰ੍ਹਾਂ ਦੀਆਂ ਆਰਥਿਕ ਤੌਰ 'ਤੇ ਇਹ ਸ਼ੋਸ਼ਣ ਸਹਿ ਰਿਹਾ ਹੈਗਾ ਆ। ਜਿਹੜੀਆਂ ਮੱਧ ਵਰਗੀ ਔਰਤਾਂ ਨੇ, ਜਿਹੜੀਆਂ ਕੰਮਕਾਜੀ ਔਰਤਾਂ ਨੇ, ਉਹਨਾਂ ਨੂੰ ਆਰਥਿਕ ਆਜ਼ਾਦੀ ਤਾਂ ਮਿਲੀ ਥੋੜ੍ਹੀ ਜਿਹੀ, ਪਰ ਉਹ ਵੀ ਨਾ ਵੇਖਣ ਦੇ ਤੌਰ 'ਤੇ ਹੈ ਵੀ ਆਰਥਿਕ ਆਜ਼ਾਦੀ ਹੈ, ਪਰ ਅਸਲ ਦੇ ਵਿੱਚ ਉਹਨਾਂ ਦਾ ਵੀ ਆਰਥਿਕ ਸ਼ੋਸ਼ਣ ਹੋ ਰਿਹਾ, ਚਾਹੇ ਉਹ ਜਿੱਥੇ ਕੰਮ ਕਰਦੀਆਂ ਨੇ, ਚਾਹੇ ਉਹ ਘਰਾਂ ਦੇ ਵਿੱਚ ਜਿਹੜਾ ਹੋ ਰਿਹਾ ਹੈਗਾ ਆ। ਅਤੇ ਕਹਿਣ ਦਾ ਭਾਵ ਹੈ ਕਿ ਓਨਾ ਚਿਰ ਕੋਈ ਵੀ ਔਰਤ ਆਜ਼ਾਦ ਨਹੀਂ ਹੋ ਸਕਦੀ ਜਿੰਨਾ ਚਿਰ ਦੁਬਾਰਾ ਕੰਮ ਦੀ ਵੰਡ ਠੀਕ ਢੰਗ ਨਾਲ ਨਾ ਹੋਵੇ। ਅਤੇ ਜਿਹੜੇ ਪੈਦਾਵਾਰੀ ਸਾਧਨ ਨੇ ਜਿਨ੍ਹਾਂ ਦੇ ਉੱਪਰ ਟੋਟਲ ਔਰਤ ਕੰਮ ਤਾਂ ਬਰਾਬਰ ਦਾ ਕਰ ਰਹੀ ਆ, ਪਰ ਮਾਲਕੀ ਉਹਨੂੰ ਸਿਰਫ 3% ਤੱਕ ਮਿਲੀ ਹੋਈ ਆ, ਉਹਨੂੰ ਵੀ ਮਰਦਾਂ ਦੇ ਬਰਾਬਰ ਜਿੰਨਾ ਚਿਰ ਨਹੀਂ ਮਿਲਦੀ। ਅਤੇ ਉਸ ਤੋਂ ਬਾਅਦ ਜਿਹੜੀ ਜਕੜ ਹੈ, ਜਗੀਰੂ ਮੁੱਲਾਂ ਦੀ, ਪਿਛਾਕੜੀ ਮੁੱਲਾਂ ਦੀ ਜਿਹੜੀ ਜਕੜ ਹੈਗੀ ਹੈ, ਅਤੇ ਉੱਪਰੋਂ ਜਿਹੜੀ ਪੂੰਜੀਵਾਦੀ ਕਦਰਾਂ ਕੀਮਤਾਂ ਦੀ ਜਕੜ ਹੈ, ਇਹਨਾਂ ਨੂੰ ਜੇ ਔਰਤ ਨਹੀਂ ਤੋੜਦੀ ਹੈਗੀ, ਅਤੇ ਇੱਕ ਤਾਂ ਇਹਨਾਂ ਨੂੰ ਤੋੜਨ ਦੀ ਲੋੜ ਹੈਗੀ ਆ। ਇਸ ਦੇ ਵਾਸਤੇ ਇੱਕ ਪੂਰੀ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਹੈਗੀ ਹੈ, ਜਿਹਦੇ ਵਿੱਚ ਟੋਟਲ ਮਨੁੱਖ ਜਿਹੜਾ ਹੈਗਾ ਕਿਰਤੀ ਵਰਗ ਦੀ ਜਿਹੜੀ ਸਥਿਤੀ ਹੈ, ਜਿੰਨਾ ਚਿਰ ਉਹ ਨਹੀਂ ਸੁਧਰਦੀ, ਜਿੰਨਾ ਚਿਰ ਸਾਨੂੰ ਆਰਥਿਕ ਸਮਾਜਿਕ ਬਰਾਬਰੀ ਨਹੀਂ ਮਿਲਦੀ, ਮੈਨੂੰ ਲੱਗਦਾ ਕਿ ਉਹਨਾਂ ਚਿਰ ਔਰਤ ਦੀ ਮੁਕਤੀ ਹੋ ਹੀ ਨਹੀਂ ਸਕਦੀ ਹੈਗੀ। ਇਸ ਲਈ ਉਸ ਨੂੰ ਜਿਹੜੇ ਸਾਡੀ ਪਿਛਾਕੜੀ ਮੁੱਲ ਨੇ ਉਹਨਾਂ ਨੂੰ ਵੀ ਤੋੜਨਾ ਪਵੇਗਾ, ਅਤੇ ਜਿਹੜੇ ਉਹਨੂੰ ਹੋਰ ਵੀ ਜਕੜ ਵਿੱਚ ਰੱਖਿਆ ਹੋਇਆ ਮੰਡੀ ਦੇ ਮੁੱਲ, ਉਹਨਾਂ ਦੇ ਵਿਰੁੱਧ ਵੀ ਬਗਾਵਤ ਕਰਨੀ ਪਵੇਗੀ। ਜਦੋਂ ਆਰਥਿਕ ਸਮਾਜਿਕ ਬਰਾਬਰਤਾ ਆਵੇਗੀ, ਉਦੋਂ ਹੀ ਔਰਤ ਦੀ ਹਾਲਤ ਜਿਹੜੀ ਸੁਧਰੇਗੀ। ਕਿ ਔਰਤ ਨੂੰ ਜਦੋਂ ਇੱਕ ਮਨੁੱਖ ਦੇ ਤੌਰ 'ਤੇ ਸਮਝਿਆ ਜਾਵੇਗਾ, ਨਹੀਂ ਤਾਂ ਆਪਾਂ ਉਹਨੂੰ ਮਾਂ, ਭੈਣ, ਪਤਨੀ ਇਸ ਤਰ੍ਹਾਂ ਤਾਂ ਸਮਝ ਲੈਂਦੇ ਹਾਂ, ਪਰ ਉਹਨੂੰ ਇੱਕ ਮਨੁੱਖ ਨਹੀਂ ਸਮਝਿਆ ਜਾਂਦਾ। ਜਿੰਨਾ ਚਿਰ ਔਰਤ ਪ੍ਰਤੀ ਸਾਡਾ ਨਜ਼ਰੀਆ ਨਹੀਂ ਬਦਲਦਾ ਹੈਗਾ, ਉਹਨਾਂ ਚਿਰ ਮੈਨੂੰ ਲੱਗਦਾ ਕਿ ਆਰਥਿਕ ਸਮਾਜਿਕ ਬਰਾਬਰੀ ਨਹੀਂ ਆ ਸਕਦੀ। ਅਤੇ ਇਸ ਦੇ ਵਾਸਤੇ ਸਾਨੂੰ ਟੋਟਲ ਜਿਹੜਾ ਹੈਗਾ ਸਿਸਟਮ ਹੈਗਾ ਉਹ ਬਦਲਣਾ ਪਵੇਗਾ, ਆਧਾਰ ਨੂੰ ਬਦਲਣਾ ਪਵੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਪਾਂ ਗੱਲਬਾਤ ਕੀਤੀ, ਜਿਵੇਂ ਗੱਲ ਸ਼ੁਰੂ ਹੋਈ ਸੀ ਗਾਲਾਂ ਤੋਂ, ਕਿ ਕਿਵੇਂ ਸੋਸ਼ਲ ਮੀਡੀਆ 'ਤੇ ਗਾਲਾਂ ਕੱਢੀਆਂ ਜਾਂਦੀਆਂ, ਲੜਾਈ ਕਿਸੇ ਦੀ ਵੀ ਹੋਵੇ ਤਾਂ ਗਾਲਾਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ। ਤਾਂ ਇਹਦੇ ਪਿੱਛੇ ਜਿਹੜੀ ਮਾਨਸਿਕਤਾ, ਉਹਦੇ ਬਾਰੇ ਵੀ ਗੱਲ ਹੋਈ ਕਿ ਜਦੋਂ ਕਿਸੇ ਨੂੰ ਗਾਲ ਕੱਢੀ ਜਾਂਦੀ ਆ ਤਾਂ ਉਹਦੇ 'ਤੇ ਇਹ ਹੁੰਦਾ ਵੀ ਕਿ ਔਰਤ ਆ ਜਿਹੜੀ, ਉਹਦੇ 'ਤੇ ਦਾਬਾ ਪਿਆ ਹੋਇਆ, ਉਹ ਸਾਡੀ ਗੁਲਾਮ ਆ। ਤਾਂ ਇਹ ਗਾਲਾਂ ਵਾਲੀ ਮਾਨਸਿਕਤਾ ਵੀ ਉਹਦੇ 'ਚ ਹੀ ਉੱਭਰਦੀ ਆ। ਤਾਂ ਜਿਹੜੀਆਂ ਗਾਲਾਂ ਇਹ ਔਰਤ ਦੀ ਕਿਤੇ ਨਾ ਕਿਤੇ ਗੁਲਾਮੀ ਨੂੰ ਵੀ ਦਿਖਾ ਰਹੀਆਂ। ਇਹਦੇ ਬਾਰੇ ਔਰਤਾਂ ਨੂੰ ਹੀ ਪਹਿਲਾਂ ਆਉਣਾ ਪੈਣਾ, ਅਤੇ ਬਾਕੀ ਸਾਰੇ ਮਨੁੱਖਾਂ ਨੂੰ ਵੀ ਇਹਦੇ ਵਿੱਚ ਆਉਣਾ ਪੈਣਾ। ਤਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ। ਜੁੜੇ ਰਹੋ ਦੁਨੀਆ ਦੇ ਨਾਲ।